दंडौत बंदन अनकवार सर्व कला समरथ बोलन ते राखो प्रभु नानक दे परहत। ज्ञान अंजन गुर दिया अज्ञान अंधेर विनाश हर कृपा ते संत भेटिया नानक मान परगास। मुँह पुछरै शास्त्र खट पिंग हिरन चढ़ जाए आंध लखै पदर सुन जो काल कृपा कराए। गुरु नानक परशोत्तम परम प्रावरनाथ जोगल चरण मम बंदना तर कर तर परनाथ। गुरु नानक सुख सिंधु को हाथ जोड़ प्रणाम जिस करना ते बढ़ भी पाव है गात विश्राम। सतनाम श्री वाहिगुरु साहिब जी। श्लोक महला पंजवा। तैंडी बंदस मैं कोय न डिठा तू नानक मन भाणा। घोल घुमाई तिस मित्र विचोले जय मेल कंत पछाणा। तैंडी बंदस मैं कोय न डिठा तू नानक मन भाणा। घोल घुमाई तिस मित्र विचोले जय मेल कंत पछाणा। वाहिगुरु जी का खालसा वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी दे महान बख्शिश कृपालता का सदका आप सारिया संगतों सतगुरु दे पावन पवित्र दरबार गुरुद्वारा श्री फेर साहिब जी विखे हाजरी भर रहे हो। चल रहे स्थान की मर्यादा के अनुसार अंमृत वेले गुरु साहिब जी के प्रकाश होए और पंज बाणियां का नितनेम श्री आसा जी की वारदात संपूर्ण कीर्तन हर जस चल रही। धन धन साहिब श्री गुरु ग्रंथ साहिब महाराज जी की पावन बाणी की लड़ीवार विचार आप सरवण करते आ रहे हो। 964 अंग से कथा जारी है। धन धन साहिब श्री गुरु नानक देव जी महाराज जी ने 10 जामे धार के जीवां की कल्याण वास्ते अनेकों जगह से महाराज आप विचरे। बेअंत प्रकार के जिज्ञासु महाराज को मिले। सतगुरु जी ने आप कृपा करके सारियां ते रहमत की और अपने सरवण स्वरूप के समय आप जी ने बहुत सारे गुरसिख महापुरख जिन्हों ते रूहानियां दियां बख्शियां कीतियां देश के संतरां विच भेज के उन्हां दियां भी सेवा लाइयां। वो भी जगह जगह पहुँच के संगतां नूं सतगुरु सच्चे पातशाह जी का अकाली बाणी का उपदेश सी वो करते रहे। आप दृढ़ हो के विश्वास सहित संगतां के अंदर भी पक्का भरोसा पैदा करके गुरमति दात दिंदियां हैं संगतां नूं गुरु घर नाल जोड़ते रहे।
ਸੋ ਗੁਰੂ ਮਹਾਰਾਜ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਔਰ ਅੱਜ ਵੀ ਉਹਨਾਂ ਦੀ ਬਖਸ਼ਿਸ਼ ਬਾਣੀ ਦੁਆਰਾ ਜਾਰੀ ਹੈ, ਕਿਉਂਕਿ ਸਰੀਰ ਆਉਂਦੇ ਜਾਂਦੇ ਰਹਿੰਦੇ ਹਨ। ਜਿਹੜਾ ਬਾਣੀ ਦਾ ਉਪਦੇਸ਼ ਹੈ ਉਹ ਸਦਾ ਰਹਿਣ ਵਾਲਾ ਹੈ। ਇਸ ਕਰਕੇ ਮਹਾਰਾਜ ਨੇ ਸ਼ਬਦ ਨੂੰ, ਬਾਣੀ ਨੂੰ ਬਹੁਤ ਵੱਡੀ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ। ਇਹ ਠੀਕ ਹੈ ਕਿ ਸ਼ਬਦ ਨੂੰ ਸੰਸਾਰ 'ਤੇ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੇ 10 ਜਾਮੇ ਧਾਰੇ ਔਰ ਸ਼ਬਦ ਦੀ ਉਚਾਰ ਗੁਰਸਿੱਖਾਂ ਨੂੰ ਬਖਸ਼ੀ। ਉਹਨਾਂ ਗੁਰਸਿੱਖਾਂ ਨੂੰ ਵੀ ਰੂਹਾਨੀਅਤ, ਪਰਮਾਰਥ ਦੇ ਭੇਦ ਸਮਝਾਏ ਔਰ ਪ੍ਰਗਟ ਕਰਕੇ ਦਿਖਾਏ। ਅਤੇ ਉਹਨਾਂ ਗੁਰਸਿੱਖਾਂ ਨੇ ਵੀ ਜੋ ਸਤਿਗੁਰੂ ਦਾ ਉਪਦੇਸ਼ ਸਮੇਂ ਸਮੇਂ ਦੇ ਨਾਲ ਦ੍ਰਿੜ ਪੱਕਾ ਕਰਾਉਂਦੇ ਰਹੇ, ਅੱਜ ਵੀ ਉਹਨਾਂ ਦੀ ਕਿਰਪਾ ਵਰਤਦੀ ਰਹਿੰਦੀ ਹੈ। ਜਿਸ ਤੋਂ ਵੀ ਸੇਵਾ ਲੈਣੀ ਹੈ ਮਹਾਰਾਜ ਜੀ 'ਤੇ ਆਪਣੀ ਮਿਹਰ ਕਰ ਲੈਂਦੇ ਹਨ। ਆਓ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਸਤਿਗੁਰ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੋਏ ਸੰਗਤਾਂ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਦੇ। ਸਦੀਆਂ ਬੀਤ ਗਈਆਂ ਪਰ ਉਹ ਗੁਰੂ ਮਹਾਰਾਜ ਦੀ ਬਾਣੀ ਦਾ ਉਪਦੇਸ਼ ਉਸੇ ਤਰ੍ਹਾਂ ਨਵੀਨ ਹੈ। ਇਹਦੇ 'ਚ ਉਸੇ ਤਰ੍ਹਾਂ ਤਾਜ਼ਗੀ ਹੈ। ਇਹਦੇ 'ਚ ਕੋਈ ਫਿੱਕ ਨਹੀਂ ਆਉਂਦਾ, ਨਿਊਨਤਾ ਨਹੀਂ ਆਉਂਦੀ, ਕਿਉਂਕਿ ਬਾਣੀ ਇੱਕ ਰਸ ਅੰਮ੍ਰਿਤ ਦੇ ਨਾਲ ਭਰਪੂਰ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਦੇ ਪਾਵਨ ਉਪਦੇਸ਼ ਸਰਵਣ ਕਰਨ ਦਾ ਸਾਰੀਆਂ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਤੈਂਡੀ ਬੰਦਸ ਮੈਂ ਕੋਏ ਨਾ ਡਿਠਾ। ਇਹ ਸਤਿਗੁਰੂ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਰਪਾਲਤਾ ਕਰਦੇ ਹਨ। ਤੈਂਡੀ ਬੰਦਸ ਆਪ ਜੀ ਦੇ ਬੰਦਸ਼ ਮੈਨੂੰ ਸਦਾਰਿਸ਼ ਸਮਾਨ ਅਸੀਂ ਹੋਰ ਕੋਈ ਨਹੀਂ ਦੇਖਿਆ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਹੈ। ਆਪ ਜੀ ਵਰਗੇ ਆਪ ਹੀ ਹੈ। ਆਪ ਜੀ ਦੇ ਸਦਾਰਿਸ਼ ਸਮਾਨ ਹੋਰ ਕੋਈ ਨਹੀਂ। ਤੁਹਾਡੇ ਸਮਾਨ ਤੋਂ ਕੋਈ ਹੋ ਸਕਦਾ ਜਿਹਨੂੰ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੋ, ਉਹ ਤੁਹਾਡਾ ਰੂਪ ਹੋ ਸਕਦਾ ਹੈ। ਪਰ ਆਪ ਜੀ ਦਾ ਸਥਾਨ ਬੜਾ ਮਹਾਨ ਸਰਵੋਤਮ ਹੈ। ਆਤਮਾ ਜੀ ਨੂੰ ਤੇਰੀ ਸ਼ਰਨ ਗ੍ਰਹਿਣ ਕਰ ਲਈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼, ਰੁਕਾਵਟ ਨਹੀਂ ਪੈਂਦੀ। ਉਹ ਜਿਹੜਾ ਕਾਰਜ ਵੀ ਕਰਨਾ ਚਾਹੇ ਆਪ ਜੀ ਕਿਰਪਾ ਕਰਕੇ ਉਹਨੂੰ ਸਫਲਤਾ ਬਖਸ਼ਿਸ਼ ਕਰ ਦਿੰਦੇ ਹੋ। ਤੂੰ ਨਾਨਕ ਮਨ ਭਾਣਾ। ਇਹ ਗੁਰੂ ਸਾਹਿਬ ਜੀ ਆਪ ਜੀ ਸਾਡੇ ਮਨ ਨੂੰ ਭਾਣਾ ਪਾ ਗਏ। ਬਹੁਤ ਭਟਕੇ ਆ, ਜਿਵੇਂ ਭੱਟਾਂ ਨੇ ਕਿਹਾ ਨਾ, ਰਹਿਓ ਸੰਤੋਂ ਢੋਲ ਸਾਧ ਵਕਤ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖ ਹੋਏ ਪੰਡਿਤ ਮਿੱਠੇ। ਇੱਕ ਵਾਰ ਸੋ ਫਿਰਿਓ
किने न परचा लायो, कहत्या कहते सुने रह वो खुशी न आयो। हर नाम छोड़ दूजे लगे, तिनके बंधु क्या कहो। गुरदई मिलाए भिख्या, जीव तू रखा तिव रहो। इस तरह महाराज चार सवेरे पटक पटक के थक गए। जिमें कोई बंदा रब ना करे बीमारी दीर्घ रोग लग जाए ना, वो जगह फिर हकीमां वैदां डॉक्टरों को जाता है, फिर अक थक जाता है कि मैनू आराम नहीं आ रहा। फिर महाराज के अगे अरदास करता है कि जां आप कृपा करो, जां किसी हकीम के अंदर वरत के मैनू तंदुरुस्ती दे दे। फिर महाराज की अरदास फरियाद सुन के कृपा कर देंगे हैं। जदों कि बड़िया बड़िया औषधियां वरतन दौरान ने किसी हकीम उत्ते महाराज की कला वरती, उसदे द्वारा दिती हुई सादी जिहड़ी दवाई वो भी फिर काम कर देंदी है। वैदा संदा संगा इकट्ठा होया, औखा दा रास विच आप खलोया। वैदां दा बहुत संग इकट्ठा होया सी, एक मत हो के दुनिया देंदे रहे, आराम नहीं आया। प्रेमी कहते भी गुरु साहब की आग्ञा लै लो, जब महाराज की आग्ञा ना वो दवाई दी, उसे ने आराम कर दिता, नाल बख्शिश हो गई। इस तरह महाराज कहते कि पैंडी बंदिश में कोई ना डिठा, तू नानक मन पाना। ये गुरु नानक साहब आप जी की सिफत सलागा बाणी का उत्तम ज्ञान सुन के आप जी साढ़े मन भाना भाग रहे। तुहाडी बाणी का उपदेश सानू बहुत चंगा लगे कि बहुत सारे ग्रंथां पंथां महंतां दे उपदेश सुने, उन्हां दे अंदर कोई द्वैश वाली ईरख वाली भावना नज़र आउंदी सी। और आप जी का एकता बोधक उपदेश सुन के साढ़े मन में बड़ा भा गया कि इस घर विच संघर्षता है, किसी ना द्वैश भाव नहीं। तो आप जी साढ़े मन में भा गए हो, चंगे लगे हो, तुहाडा उपदेश साढ़े मन में बहुत ही पाया चंगा लग्या है। घोल घुमाई तिस मित्र विचोले, ऐसे संत रूपी मित्र जिहड़े विचोले बन के सानू गुरु दे मिलाउण दा उपदेश दिंदे हन, उन्हां दे घोल घुमाई अपना आप निशावर कर दईए, उन्हां तो बलिहार जाइए कि वो धन हन जिन्हां ने साडी दुखियां दी फरियाद सुनी, सानू सच्चा सुचा एकता वाला सानू शांत करने वाला उपदेश बख्शिश किया, जिहदे नाल मन चों जिहड़ा राग द्वैश वाली भावना सी खत्म हो गई। ईरखा सी, जलन सी, नफरत सी, घृणा सी, वो सारी खत्म हो गई। हुण समान दृष्टि मिल गई सारिਆਂ ਦੇ ਵਿੱਚ। ਹੁਣ ਅਸੀਂ ब्रह्म आत्मा परमात्मा की जोत देखने वाले बन गए हैं। जदों का द्वैश भाव मिट गया, मन शांत है, हम किसी ना ईरखा नहीं, किसी ना घृणा नफरत नहीं। हम तो असीं सारिਆਂ ਨੂੰ अपने मित्र ते सज्जन करके जानन लग पे। हाँ जै मिल कंत पछाणा, जिन्हां नाल मिल के जिहड़े परमात्मा तो विछड़े सी, उस परमात्मा की बाणी की विचार सुन के पहले तो जानकारी ली। जिवें फोटो हुंदी है, उत्ते गुलिया हुंदा है, तो जो कि चोर चकार नूं फड़ना, वो गुलिए ना गुलिया मिला के बंदे नूं पकड़ लेंदे हैं।
ਪਹਿਲਾਂ ਜਾਣਕਾਰੀ ਲਈ ਕਿਹੜਾ ਪਿੰਡ ਹੈ, ਇਹਦੇ ਮਾਪੇ ਕੌਣ ਹੈ, ਜਾਤ ਬਰਾਦਰੀ ਕਿਹੜੀ ਹੈ, ਕਿੱਥੇ ਰਹਿੰਦਾ ਹੈ, ਕੀ ਕੰਮ ਕਰਦਾ, ਉਹਦਾ ਅੱਗਾ ਪਿੱਛਾ ਸਾਰੀ ਪੜਤਾਲ ਕਰਦੇ। ਫਿਰ ਉਹ ਹੁਲੀਏ ਦੁਆਰਾ ਹੀ ਐਡਰੈਸ ਵੀ ਲੈਂਦੇ ਹੈ, ਫੋਟੋਗ੍ਰਾਫੀ ਵੀ ਇਹ ਪਛਾਣ ਲੈਂਦੇ। ਇਹ ਜਿਹਨੂੰ ਲਾਈਦੇ ਫਿਰਦੇ ਸੀ। ਇਸੇ ਤਰ੍ਹਾਂ ਚਾਹੇ ਬੁਰੇ ਦੀ ਪਛਾਣ ਕਰਨੀ, ਉਹਦੀ ਵੀ ਜਾਣਕਾਰੀ ਲੈਣੀ ਪਏਗੀ। ਚੰਗੇ ਦੀ ਪਛਾਣ ਕਰਨੀ ਹੈ, ਜਾਣਕਾਰੀ ਤਾਂ ਉਹਦੀ ਵੀ ਪ੍ਰਾਪਤ ਕਰਨੀ ਪਏਗੀ। ਇਸੇ ਤਰ੍ਹਾਂ ਕਈ ਪ੍ਰੇਮੀ ਮਿਲ ਜਾਂਦੇ ਆ ਕਿ ਮਹਾਰਾਜ ਨੈੱਟ 'ਤੇ ਤੁਹਾਡੀ ਕਥਾ ਸੁਣੀ ਸੀ, ਤੁਸੀਂ ਹੋ ਗਈ, ਉੱਥੇ ਦਾ ਫੋਟੋ ਹੀ ਦੇਖੀ ਸੀ, ਬਾਣੀ ਦੇ ਬਚਨ ਸੁਣੇ ਸੀ। ਜਦੋਂ ਕਿਤੇ ਸਾਹਮਣੇ ਉਹ ਪੁਰਸ਼ ਆਉਂਦਾ, ਪਹਿਲਾਂ ਤੋਂ ਤੱਕਦੇ ਰਹਿੰਦੇ, ਦੇਖਦੇ ਰਹਿੰਦੇ, ਨੀਝ ਲਾ ਕੇ ਇਹ ਪੁੱਛੇ ਲੈਂਦੇ ਤੁਸੀਂ ਹੋ ਗਏ। ਜੇ ਜਾਣਕਾਰੀ ਸੀ ਤੇ ਪਛਾਣ ਹੋਈ। ਇਸ ਤਰ੍ਹਾਂ ਬਾਣੀ ਦੁਆਰਾ, ਧਰਮ ਸ਼ਾਸਤਰਾਂ ਦੁਆਰਾ ਪਰਮਾਤਮਾ ਬਾਰੇ ਜਾਣਕਾਰੀ ਮਿਲਦੀ ਹੈ। ਜਦੋਂ ਕਮਾਈ ਕਰਦੇ ਹਿਰਦਾ ਸ਼ੁੱਧ ਹੁੰਦਾ ਅਤੇ ਉਹਦੇ ਸਰੂਪ ਬਾਰੇ ਗਿਆਨ ਮਿਲਦਾ, ਫਿਰ ਹੌਲੀ ਹੌਲੀ ਪਛਾਣ ਵੀ ਹੋ ਜਾਂਦੀ ਹੈ। ਇਹ ਤਾਂ ਹੋ ਗਈ ਸਤਿਗੁਰੂ ਜੀ। ਇਸ ਕਰਕੇ ਕਹਿੰਦੇ ਉਹਨਾਂ 'ਤੇ ਭੋਲ ਕਮਾਉਣੇ ਆਪਣਾ ਆਪ ਵਾਰਦੇ ਪ੍ਰਵਾਨ ਕਰਦੇ ਹਾਂ, ਜਿਨ੍ਹਾਂ ਦੇ ਉਦਮ ਪੁਰਸ਼ਾਰਥ ਦੁਆਰਾ ਬਚਨਾਂ ਦੀ ਕਮਾਈ ਕਰਕੇ ਅਸੀਂ ਆਪਣੇ ਆਪੇ ਨੂੰ, ਆਪਣਾ ਸਰੂਪ ਆਤਮਾ, ਉਸ ਨੂੰ ਪਛਾਣਨਾ ਕੀਤਾ। ਪਹਿਲਾਂ ਤਾਂ ਪੁੱਛ ਹੋਊਗਾ ਮੈਂ ਸਰੀਰ ਹਾਂ, ਤੇ ਸਰੀਰ ਵਿੱਚ ਤੂੰ ਕੌਣ ਹੈ? ਇਹ ਅੱਖਾਂ, ਇਹ ਮਸਤਕ ਹੈ, ਕੰਨ ਹੈ, ਮੂੰਹ ਹੈ, ਮੂੰਹ ਵਿੱਚ ਜੇਵਾ ਹੈ, ਦੰਦ ਹਨ, ਹੱਥ ਪੈਰ ਹੈ, ਬਾਕੀ ਅੰਗ ਪ੍ਰਤੀ ਅੰਗ ਹੈ, ਤੇ ਤੂੰ ਇਹਨਾਂ 'ਚ ਕੌਣ ਹੈ? ਫਿਰ ਕਹੂਗਾ ਮੈਂ ਮਨ ਬੁੱਧ ਹਾਂ, ਇੰਦਰੀਆਂ ਹੈ, ਪ੍ਰਾਣ ਹੈ। ਕਹਿੰਦੇ ਇਹ ਵੀ ਤੂੰ ਨੇ, ਤੂੰ ਤਿੰਨ ਗੁਣ ਵੀ ਨਹੀਂ ਮਾਇਆ ਦੇ, ਤੂੰ ਤਾਂ ਆਤਮਾ ਸਰੂਪ ਹੈ। ਪਹਿਲਾਂ ਗ੍ਰੰਥਾਂ ਦੁਆਰਾ ਜਾਣਕਾਰੀ ਮਿਲੀ, ਤੇਰਾ ਵਾਸਤਵ ਸਰੂਪ ਸਰੀਰ ਨਹੀਂ, ਇੰਦਰੀਏ ਨਹੀਂ, ਮਨ ਬੁੱਧ ਨਹੀਂ। ਤੇਰਾ ਵਾਸਤਵ ਅਸਲੀ ਸਰੂਪ ਆਤਮਾ ਹੈ। ਆਤਮਾ ਜਿਹੜੀ ਹੈ ਉਹ ਸਤਿਚਿਤ ਆਨੰਦ ਸਰੂਪ ਹੈ, ਉਹ ਸਤ ਸਰੂਪ ਵੀ ਹੈ। ਤਿੰਨਾਂ ਕਾਲਾਂ 'ਚ ਇਹਦਾ ਨਾਸ ਨਹੀਂ ਹੁੰਦਾ। ਇਹ ਚਿਤ ਚੇਤਨ ਸਰੂਪ ਵੀ ਹੈ, ਇਹ ਆਨੰਦਮਈ ਸੁਖ ਸਰੂਪ ਵੀ ਹੈ। ਜਿੰਨੇ ਸੁਖ ਹੈ ਉਹ ਆਤਮਾ ਦੇ ਆਸਰੇ ਹੀ ਹੈ। ਇਹ ਆਤਮਾ ਸਰੀਰ ਦਾ ਵਿਯੋਗ ਕਰ ਗਿਆ ਤੇ ਰਸਨਾ ਖਾਣ ਦਾ ਕੀ ਆਨੰਦ ਲਏਗੀ, ਸਰੀਰ ਪਹਿਨਣ ਦਾ ਕੀ ਆਨੰਦ ਲਏਗਾ, ਬਾਕੀ ਅੱਖਾਂ ਦੇਖਣ ਦਾ ਕੀ ਆਨੰਦ ਲੈਣਗੀਆਂ, ਕੰਨ ਸੁਣਨ ਦਾ ਰਾਗ ਕੀ ਆਨੰਦ ਲੈਣਗੇ। ਇਸੇ ਤਰ੍ਹਾਂ ਜਾਣ ਲੈਣਾ ਉਹ ਸਾਰੇ ਆਨੰਦ ਜਿਹੜੇ ਉਹ ਆਤਮਾ ਦੇ ਆਸਰੇ ਹੀ ਹੈ। ਜੇ ਆਤਮਾ ਸਰੀਰ ਦਾ ਪ੍ਰਯੋਗ ਕਰ ਜਾਂਦੀ ਹੈ, ਇਹ ਸਰੀਰ ਨਿਰਥਕ ਹੋ ਜਾਂਦਾ ਹੈ। ਇਸ ਨੂੰ ਕੋਈ ਦਬਾ ਦਿੰਦਾ ਹੈ, ਕੋਈ ਫੂਕ ਦਿੰਦਾ ਹੈ, ਕੋਈ ਜਲ ਪ੍ਰਵਾਹ, ਕੋਈ ਪੰਛੀਆਂ ਨੂੰ ਖਿਲਾ ਦਿੰਦਾ ਹੈ। ਆਤਮਾ ਦੀ ਸੱਤਾ ਨਾਲ ਹੀ ਇਹਦਾ ਮਾਣ ਸਤਿਕਾਰ ਉਦੋਂ ਬਿਨਾਂ ਸਰੀਰ ਰੁਲ ਜਾਂਦਾ ਹੈ ਔਰ ਮਿੱਟੀ ਬਣ ਕੇ ਮਿੱਟੀ 'ਚ ਸੜ ਕੇ ਧੂੜ ਬਣ ਕੇ ਉੱਡ ਜਾਂਦਾ ਹੈ। ਇਹਦੇ ਸਾਰੇ ਸੁੱਖ ਆਰਾਮ ਸਾਖੀ ਚੇਤਨ ਆਤਮਾ ਦੁਆਰਾ ਹੈ। ਇਸ ਕਰਕੇ ਮਾਰੇ ਹੁੰਦੇ ਜੈ ਮਿਲ ਕੰਤ ਪਛਾਣ। ਜਿਨ੍ਹਾਂ ਗਿਆਨਵਾਨਾਂ ਦੀ, ਮਹਾਂਪੁਰਖਾਂ ਵਿਦਵਾਨਾਂ ਦੀ ਸੰਗਤ ਕਰਕੇ ਅਸੀਂ ਉਸ ਸਾਖੀ ਚੇਤਨ ਆਤਮਾ ਦੀ ਪਹਿਚਾਣ ਕੀਤੀ ਹੈ। ਮਹੱਲਾ ਪੰਜਵਾ। ਅਰਥ ਨੂੰ ਹੋਰ ਖੋਲ੍ਹਦੇ ਹੋਏ ਪੰਜਵੇਂ ਪਾਤਸ਼ਾਹ ਜੀ
ਕਿਰਪਾ ਕਰਦੇ ਹਨ। ਪਾਵ ਸੁਹਾਵੇ ਜਾਂ ਕਉ ਧਿਰ ਜੁਲਦੇ। ਪੈਰ ਸਾਰਿਆਂ ਨੂੰ ਮਿਲਿਆ, ਕਈਆਂ ਨੂੰ ਨਹੀਂ। ਅੰਗੜੇ ਦੂਜੇ ਡੂਡੇ ਪਿੰਗਲੇ ਦੂਏ ਦੇ ਆਸਰੇ। ਜਿਨ੍ਹਾਂ ਨੂੰ ਮਿਲੇ ਹੈ ਉਹ ਵੀ ਪੈਰਾਂ ਨਾਲ ਚੰਗੇ ਪਾਸੇ ਨਹੀਂ ਜਾਂਦੇ। ਕਦੀ ਸਿਨੇਮਿਆਂ ਵੱਲ ਜਾਂਦੇ ਹੈ, ਕਲੱਬਾਂ ਥੀਏਟਰਾਂ ਜਾਂਦੇ ਹੈ, ਜਿੱਥੇ ਨਕਲਾਂ ਹੁੰਦੀਆਂ, ਰਾਸਾਂ ਪੈਣੀਆਂ, ਮੁਜਰੇ ਹੁੰਦੇ ਆ, ਡਾਂਸ ਘਰਾਂ ਵੱਲ ਜਾਂਦੇ ਆ। ਉਹ ਪੈਰ ਸਫਲ ਨਹੀਂ, ਉਹ ਤਾਂ ਮਾੜੇ ਪਾਸੇ ਲੈ ਗਏ। ਮਾੜੀ ਸੁਸਾਇਟੀ ਜਾ ਕੇ ਉਹਦਾ ਪ੍ਰਭਾਵ ਵੀ ਚੰਗਾ ਨਹੀਂ, ਬੁਰਾ ਹੋਵੇਗਾ। ਉਹਦਾ ਨਤੀਜਾ ਵੀ ਕੁਝ ਸਮੇਂ ਤੋਂ ਬਾਅਦ ਰਿਜ਼ਲਟ ਬਹੁਤ ਮਾੜਾ ਨਿਕਲੇਗਾ। ਮਹਾਰਾਜ ਕਹਿੰਦੇ ਭਾਵ ਪੈਰ ਉਹ ਚੰਗੇ ਹਨ ਜੋ ਸਤਸੰਗਤ ਵੱਲੋਂ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨ ਦੇ ਦਰਸ਼ਨ ਵੱਲ ਚੱਲ ਕੇ ਜਾਂਦੇ ਹਨ। ਕਿਉਂਕਿ ਚਰਨ ਸਫਲ ਪ੍ਰਦਖਣਾ ਕਰਕੇ, ਇਹ ਮਹਾਰਾਜ ਦੀ ਪਰਿਕਰਮਾ ਕਰਕੇ ਸਫਲ ਹੁੰਦੇ ਹਨ। ਸੀਸ ਸੁਹਾਵਾ ਚਰਣੀ। ਇਹ ਸਿਰ ਜਿਹੜਾ ਹੈ ਇਹ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਿਆ ਜਾਏ, ਫਿਰ ਇਹ ਸੁਹਾਵਾ ਹੈ। ਆਮ ਲੋਕ ਆਪਣੇ ਸਵਾਰਥ ਵਾਸਤੇ ਇੱਕ ਦੂਏ ਅੱਗੇ ਝੁਕਦੇ ਹੈ, ਰਾਜਨੀਤਿਕਾਂ ਦੇ ਅੱਗੇ ਜਾ ਜਾ ਕੇ ਨੱਕ ਰਗੜਦੇ ਹੈ, ਉਹਨਾਂ ਦੀ ਚਰਨ ਚਾਪੀ ਕਰਦੇ ਹੈ, ਉਹਨਾਂ ਦੀ ਚਮਚਾਗਿਰੀ ਕਰਦੇ ਹੈ। ਪਰ ਮਹਾਰਾਜ ਕਹਿੰਦੇ ਸੀਸ ਤੇ ਤਾਂ ਸੁਹਾਵਾ ਹੈ, ਇਹ ਜੇ ਦਾਸਾ ਭਾਵ ਧਾਰ ਕੇ, ਹਉਮੈ ਨੂੰ ਤਿਆਗ ਕੇ ਗੁਰੂ ਮਹਾਰਾਜ ਦੇ ਚਰਨੀ ਲੱਗਦਾ ਹੈ, ਗੁਰੂ ਮਹਾਰਾਜ ਦਾ ਦਾਸਾ ਭਾਵ ਧਾਰ ਕੇ ਨਾਮ ਸ਼ਬਦ ਦੀ ਕਮਾਈ ਕਰਦਾ ਹੈ, ਫਿਰ ਇਹਦਾ ਜਿਹੜਾ ਸੀਸ ਉਹ ਸੁਹਾਵਾ ਹੈ। ਕਿਉਂਕਿ ਨੈਣ ਨਾ ਦੇਖੈ ਸਾਧ ਸੇ ਨੈਣ ਵਿਹਾਲਿਆ, ਕਰਨਾ ਸੁਨਹੀ ਨਾਦ ਕਰਨ ਮੁਦਕਾ ਲਿਆ, ਰਸਨਾ ਜਪੇ ਨਾ ਨਾਮ ਤਿਲ ਤਲ ਪਰ ਕਟੀ, ਹਰਾਮ ਜਪ ਸਹਿ ਦਿਨ ਰਾਜ ਤਿਨੋਂ ਦਿਨ ਕਟੀ। ਇਸ ਕਰਕੇ ਜਿਹੜਾ ਸਿਰ ਆ ਇਹ ਤਾਂ ਹੀ ਸੁਹਾਵਾ ਸੋਭਨੀ ਹੈ ਜੇ ਸਿਰ ਆਕੜ ਫਕੜ ਛੱਡ ਕੇ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਅੱਗੇ ਝੁਕਦਾ, ਕਿਉਂਕਿ ਨਮਸਕਾਰ ਕਰਦਾ ਹੈ। ਜਿਹੜੇ ਆਕੜ ਵਿੱਚ ਰਹਿੰਦੇ ਫਿਰ ਧੌਣਾ ਕਿਲੇ ਹੀ ਠੁਕਦੇ ਹਨ। ਇਸ ਵਾਸਤੇ ਇਹ ਜਿਹੜਾ ਸਿਰ ਹੈ ਇਹ ਤਾਂ ਸ਼ੋਭਾਦਾਈ ਬਣਦਾ ਹੈ ਜੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਝੁਕਦਾ ਹੈ। ਮਹਾਰਾਜ ਹਰੀ ਕੇ ਪੱਤਣ ਆਏ ਸੀ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਉਹ ਚੌਧਰੀ ਆਇਆ ਅਤੇ ਮਹਾਰਾਜ ਦਾ ਸਤਿਕਾਰ ਵਜੋਂ ਚੌਂਕੀ ਢਹਾਈ, ਪਰ ਆ ਕੇ ਮਹਾਰਾਜ ਦੇ ਸਿਰਹਾਣੇ ਵੱਲ ਬਹਿ ਗਿਆ ਕਿ ਮੈਂ ਚੌਧਰੀ ਹਾਂ। ਸੰਗਤ ਨੇ ਬਹੁਤ ਬੁਰਾ ਮਨਾਇਆ ਤੇ ਚਲੇ ਗਿਆ, ਕੋਈ ਨਮਸਕਾਰ ਨਹੀਂ। ਕਹਿੰਦੇ ਮਹਾਰਾਜ ਕੋਈ ਬੜਾ ਹਾਰੀ ਸੀ ਕਿ ਦੇਖੋ ਨਾ ਕੋਈ ਨਮਸਕਾਰ ਕੀਤੀ, ਨਾ ਕੋਈ ਗੁਰੂ ਜਾਣ ਕੇ ਆਦਰ ਸਤਿਕਾਰ ਭੇਟਾ ਵਗੈਰਾ, ਤੁਸੀਂ ਆਸਣ ਵੀ ਦਿੱਤਾ ਉੱਥੇ ਨਹੀਂ ਬੈਠਾ, ਅਤੇ ਬਰਾਬਰ ਵੀ ਸਿਰਹਾਣੇ ਵੱਲ ਆਪ ਜੀ ਦੇ ਹਾਂਜੀ ਵੱਡਾ ਬਣ ਕੇ ਬਹਿ ਗਿਆ। ਮਹਾਰਾਜ ਕਹਿੰਦੇ ਭਾਈ ਕੇ ਚੌਧਰਾਂ ਥੋੜ੍ਹੇ ਦਿਨ ਹੁੰਦੀਆਂ ਹੁੰਦੀਆਂ, ਐਸਾ ਹੀ ਹੋਇਆ ਸੀ। ਇਸ ਕਰਕੇ ਵੱਡਿਆਂ ਪੁਰਸ਼ਾਂ ਅੱਗੇ ਹਾਂਜੀ ਨਮਸਕਾਰ ਕਰਨੀ ਜਿਹੜੀ ਬਣ ਆਉਂਦੀ ਹੈ। ਸੀਸ ਨਵਾਇਆ ਗਿਰ ਪਰਤ ਬਹੁ ਪਾਪਣ ਕੀ ਪੋਟ, ਤਾਂ ਤੇ ਸੀਸ ਨਵਾਇਆ ਲਗੈ ਨਾ ਜਮ ਕੀ ਝੋਟ। ਇਸ ਵਾਸਤੇ ਕਿ ਇਹ ਜਿਹੜਾ ਮਕਸਦ ਤਾਂ ਸਫਲ ਹੁੰਦਾ। ਸੰਤ ਨਮਸਕਾਰਸ, ਜਦੋਂ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦੇ ਹੋ। ਇਸ ਕਰਕੇ ਇਹ ਸਿਰ ਤਾਂ ਸੁਹਾਵਾ ਸੋਭਨੀਕ ਹੈ ਜੇ ਅਸੀਂ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦੇ ਹਾਂ। ਮੁਖ ਸੁਹਾਵਾ ਜਾਂ ਤਉ ਜਸ ਗਾਵੈ। ਇਹ ਮੂੰਹ
ਪਾਨਾਂ ਦੇ ਪੀੜੇ ਖਾਣ ਨਾਲ ਇਹ ਨਹੀਂ ਸਫਲ ਹੁੰਦਾ। ਉਹ ਤਾਂ ਕਹਿੰਦੇ ਪਾਨ ਸਫਾਰੀ ਖਾਤੀਆਂ ਮੁਖ ਪੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਇਹ ਮੁੱਖ ਪਾਨਾਂ ਦੇ ਪੀੜੇ, ਇਹ ਫਿਰ ਮਾਸ ਆਂਡੇ ਤਰਕਾਰੀਆਂ ਖਾਣ ਨਾਲ ਨਹੀਂ, ਜਾਂ ਲੱਛੇਦਾਰ ਗੱਲਾਂ ਕਰਨ ਕਰਾਉਣ ਨਾਲ ਸੁਹਾਵਾ ਨਹੀਂ। ਇਹ ਮੁੱਖ ਕਦੋਂ ਸੁਹਾਵਾ ਹੁੰਦਾ? ਫਿਰ ਪੜ੍ਹੋ ਜੀ। ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜੇ ਉਸ ਨਿਰੰਕਾਰ ਦਾ ਜਸ ਗਾਵੇ। ਐਵੇਂ ਫੋਕੀ ਲੋਕਾਂ ਦੀ ਵਡਿਆਈ ਕਰੀ ਜਾਣੀ, ਚਾਪਲੂਸੀ ਦੀਆਂ ਗੱਲਾਂ ਕਰਨੀਆਂ, ਉਹਦੇ ਨਾਲ ਸੁਹਾਵਾ ਨਹੀਂ। ਜਾਂ ਇੱਕ ਦੂਜੇ ਦੀ ਨਿੰਦਿਆ ਕਰਕੇ ਪੰਡੀ ਪ੍ਰਚਾਰ ਕਰਕੇ ਨਹੀਂ। ਇਹ ਮੁੱਖ ਤਾਂ ਸੁਹਾਵਾ ਜੇ ਗੁਰੂ ਦਾ ਜਸ ਕਰੇ, ਇਹ ਮੁੱਖ ਦਾ ਵੀ ਸੁਹਾਵਾ ਸੋਭਨੀਕ ਬਣ ਜਾਂਦਾ ਹੈ। ਜੀਉ ਪਲਿਆ ਤਉ ਸਰਣੀ, ਇਹ ਜੀਵ ਦੀ ਸਫਲਤਾ ਤਾਂ ਆ ਜੇ ਹਉਮੈ ਨੂੰ ਤਿਆਗ ਕੇ ਓਂਕਾਰ ਨੂੰ ਗੁਰੂ ਦੀ ਸ਼ਰਨ ਵਿੱਚ ਜਾ ਕੇ ਝੁਕ ਜਾਵੇ। ਫਿਰ ਉਹ ਪਾਪ ਮਿਟ ਜਾਂਦੇ ਹਨ। ਮਹਾਰਾਜ ਜਦੋਂ ਆਗਰੇ ਗਏ ਤੇ ਉਹ ਬਹਾਦਰ ਸ਼ਾਹ ਮਹਾਰਾਜ ਦੀ ਸ਼ਰਨ ਭਾਈ ਜਵਾਹਰ ਸਿੰਘ ਆਏ। ਉਹਨਾਂ ਦੀ ਸਪੁੱਤਰੀ ਵੀ ਨਾਲ ਸੀ। ਬਾਦਸ਼ਾਹ ਨੇ ਜਦੋਂ ਉਹਦੇ ਵੱਲ ਦੇਖਿਆ, ਉਹਦੇ ਮਨ ਵਿੱਚ ਕੋਈ ਭਾਵ ਗਲਤ ਪੈਦਾ ਹੋਇਆ। ਉੱਥੇ ਦਾ ਹੁਣ ਮਹਾਰਾਜ ਦਾ ਤੇਜ ਪ੍ਰਤਾਪ ਸੀ। ਬਾਅਦ ਵਿੱਚ ਉਹਨੂੰ ਕੋਈ ਡੋਲੇ ਦੇ ਕੇ ਨਾਲ ਕਰਮਚਾਰੀ ਭੇਜੇ ਕਿ ਉਹ ਜਵਾਹਰ ਸਿੰਘ ਦੀ ਕੰਨਿਆ ਨੂੰ ਲਿਆਂਦਾ ਜਾਏ, ਬੇਗਮ ਬਣਾਉਣਾ ਹੈ। ਹੁਣ ਉਹ ਮਹਾਰਾਜ ਦੇ ਪੂਰੇ ਸ਼ਰਧਾਲੂ ਸੀ। ਜਦੋਂ ਜਾਣ ਅੱਖਾਂ ਤੋਂ ਦਿਸਣਾ ਬੰਦ ਹੋ ਜਾਏ, ਵਾਪਸ ਮੁੜਨ ਤੇ ਨਜ਼ਰ ਆਏ। ਇਹ ਪਛਤਾਇਆ ਕਿ ਪੀਰ ਜੀ ਪੂਰੇ ਕਰਾਮਾਤੀ ਹੈ, ਉਹ ਆਪਣੇ ਸੇਵਕਾਂ ਭਗਤਾਂ ਦੀ ਰੱਖਿਆ ਵੀ ਕਰਦੇ ਹੈ, ਮੈਨੂੰ ਰਾਜ ਦੇ ਸਕਦੇ, ਖੋ ਵੀ ਸਕਦੇ ਹੈ। ਮਨੋਂ ਮੈਂ ਪਛਤਾਇਆ, ਪ੍ਰਾਸ਼ਚਿਤ ਕੀਤਾ। ਭਾਈ ਜਵਾਹਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਰਾਜਿਆਂ ਦੇ ਡੋਲੇ ਹੁੰਦੇ ਹੈ। ਕਹਿਣ ਲੱਗੇ ਜਵਾਹਰ ਸਿੰਘ, ਇਹਦੇ ਕਰਮ ਦੀ ਰੇਖਾ ਟੁੱਟੀ ਸੀ। ਕੱਲ੍ਹ ਜਦੋਂ ਸੰਗਤ ਵਿੱਚ ਤੇਰੇ ਨਾਲ ਆਈ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ, ਇਹਦੀਆਂ ਟੁੱਟੀਆਂ ਰੇਖਾ ਗੰਢੀਆਂ ਗਈਆਂ। ਇਸ ਕਰਕੇ ਨਮਸਕਾਰ ਜਿਹੜੀ ਗੁਰੂ ਮਹਾਰਾਜ ਨੂੰ ਕਰਨੇ, ਇਹਦਾ ਬੜਾ ਪੁੰਨ ਪ੍ਰਤਾਪ ਹੈ। ਭਾਈ ਸਵੇਗ ਸਿੰਘ ਸੁਆਜ ਸਿੰਘ ਦਾ ਵੀ ਪ੍ਰਸੰਗ ਆਉਂਦਾ। ਉਹ ਕਹਿੰਦੇ ਜੀ ਤੇਰਾ ਪਿਤਾ ਡੋਲ ਗਿਆ, ਮੁਸਲਮਾਨ ਹੋਣਾ ਮੰਨ ਗਿਆ। ਉਹ ਬੱਚਾ ਸੀ, ਕਹਿੰਦੇ ਇਹ ਗੱਲ ਨਹੀਂ ਹੋ ਸਕਦੀ, ਮੇਰੇ ਪਿਤਾ ਜੀ ਕਿਵੇਂ ਕਮਜ਼ੋਰੀ ਵਾਲੀ ਗੱਲ ਮੰਨ ਸਕਦੇ। ਜਦੋਂ ਵਾਰ-ਵਾਰ ਕਹਿੰਦੇ ਚਲੋ ਜੀ ਮੇਰਾ ਪਿਤਾ ਮੰਨੇਗਾ ਜਿਵੇਂ ਮੇਰੇ ਪਿਤਾ ਕਹਿਣਗੇ ਉਵੇਂ। ਉਹ ਬੜੇ ਸ਼ੈਤਾਨ ਸਨ। ਆ ਕੇ ਕਹਿਣ ਲੱਗੇ ਤੇਰਾ ਪੁੱਤਰ ਤਾਂ ਮੁਸਲਮਾਨ ਹੋਣਾ ਮੰਨ ਗਿਆ, ਕਹਿੰਦੇ ਮੇਰਾ ਪੁੱਤਰ ਹੋਵੇ ਫੇਰ ਕਿਵੇਂ ਮੰਨ ਜਾਏ। ਅੱਜ ਕੱਲ੍ਹ ਤਾਂ ਹੁਣ ਪੇ ਵੀ ਕਾਇਮ ਨਹੀਂ ਅਤੇ ਪੁੱਤ ਵੀ ਕਾਇਮ ਨਹੀਂ। ਢਾਂਚਾ ਹੀ ਹਿਲਿਆ ਕਰਦਾ ਨਾ, ਉਹ ਤਾਂ ਕਾਇਮ ਸੀ ਗੁਰਸਿੱਖੀ ਦੇ ਅੰਦਰ। ਕਹਿੰਦੇ ਮੇਰੇ ਸਾਹਮਣੇ ਕਰੋ। ਜਦੋਂ ਮਸਤਕ ਨੂੰ ਦੇਖਿਆ, ਕਮਜ਼ੋਰੀ ਵਾਲੀ ਰੇਖਾ ਵੇਖੀ, ਉੱਥੋਂ ਮਿੱਟੀ ਚੱਕ ਕੇ 5 ਵਾਰੀ ਮੂਲ ਮੰਤਰ ਪੜ੍ਹ ਕੇ ਉਹਦੇ ਮੱਥੇ 'ਤੇ ਮਲ ਦਿੱਤੀ। ਕਹਿੰਦੇ ਪੁੱਛੋ, ਕਹਿੰਦੇ ਜੇ ਬਕਵਾਸ ਕਰਦੇ, ਮੈਂ ਤਾਂ ਗੱਲ ਹੋਰ ਕਹੀ, ਇਹ ਨਹੀਂ ਬਣਾ ਲਈ ਹੋ ਰਿਹਾ। ਚਰਖੜੀਆਂ ਦੇ ਚੜ੍ਹ ਕੇ ਤੂੰਬੇ ਤੂੰਬੇ ਹੋ ਗਏ, ਲੇਕਿਨ ਗੁਰਸਿੱਖੀ ਨੂੰ ਪਿੱਠ ਨਹੀਂ ਦਿੱਤੀ। ਹੁਣ ਸਾਨੂੰ ਮਾਇਆ ਪਦਾਰਥ ਸੋਖਾ ਆਰਾਮ ਮਿਲ ਗਿਆ। ਅਸੀਂ ਫੈਸ਼ਨਾਂ ਦੇ ਅਧੀਨ ਹੋ ਕੇ ਸਿੱਖੀ ਨੂੰ ਤਲਾਂਜਲੀ ਦੇ ਚੁੱਕੇ ਹਾਂ। ਵਿਰਲੇ ਵਿਰਲੇ ਕਾਇਮ ਹਾਂ, ਗੁਰਦੁਆਰਿਆਂ 'ਚ ਵੀ ਜਾਂਦੇ ਹਾਂ ਔਰ ਛਬੀਲਾਂ ਲੰਗਰ ਵੀ ਲਾਉਂਦੇ ਹਾਂ, ਪਰ ਸਿੱਖ ਬਣਨ ਵਾਸਤੇ ਤਿਆਰ ਨਹੀਂ। ਸਿੱਖੀ ਸਿਧਾਂਤ ਗ੍ਰਹਿਣ ਕਰਨ ਲਈ ਤਿਆਰ ਨਹੀਂ। ਦਾੜੀ ਕੇਸ ਰੱਖਣੇ ਤਾਂ ਅੱਜ ਦੇ ਸਿੱਖਾਂ ਨੂੰ ਬਹੁਤ ਮੁਸ਼ਕਿਲ ਜਾਪਣ ਲੱਗ ਪਿਆ। ਅੰਮ੍ਰਿਤ ਛਕਣਾ, ਤੜਕੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨਾ ਤਾਂ ਬਹੁਤ ਦੂਰ ਚਲੇ ਗਿਆ।
ਸੋ ਇਸ ਵਾਸਤੇ ਉਹ ਗੁਰਸਿੱਖ ਐਸੇ ਸਨ ਜਿਹੜੇ ਚਰਖੜੀਆਂ 'ਤੇ ਤੁੰਬੇ ਤੁੰਬੇ ਹੋ ਗਏ। ਧਨ ਘੜੀ ਧਨ ਚਰਖੜੀ, ਧਨ ਅਦਲ ਤੁਮਾਰਾ, ਧਰਮ ਹੇਤ ਸਿਰ ਵਾਰਨ, ਇਹ ਗੁਰ ਕਹੇ ਹਮਾਰਾ। ਉਹ ਗੁਰਸਿੱਖ ਉਹਨਾਂ ਦੇ ਜੀਵਨ ਤੋਂ ਸੇਧ ਲਈਏ। ਇਹਦਾ ਸਾਨੂੰ ਵੀ ਸਿੱਖੀ ਮਿਲ ਸਕਦੀ ਹੈ। ਤੇ ਜੇ ਕਈ ਐਕਟਰ ਦੇ ਐਕਟਰੈਸਾਂ ਦੇ ਗੀਤ ਨਾਚ ਮੁਜਰੇ ਦੇਖ ਕੇ ਫਿਰ ਤਾਂ ਜਿਹੜੇ ਆਪ ਗੜਕੇ ਹੋਏ ਆ ਤਾਂ ਤੁਹਾਨੂੰ ਵੀ ਨਾਲ ਹੀ ਲੈ ਕੇ ਡੁੱਬਣਗੇ। ਪਾਤਸ਼ਾਹ ਜੀ ਸਮੱਤ ਦਿੰਦੇ, ਇਹ ਭਾਈ ਉਹ ਧੰਨ ਜਿਨ੍ਹਾਂ ਦੀ ਸੰਗਤ ਨਾਲ ਉਸ ਗੁਰੂ ਨੂੰ ਮਿਲੇ, ਔਰ ਉਹ ਸਿਰ ਵੀ ਧੰਤਾ ਜੋ ਜਿਹੜਾ ਕਿ ਮਹਾਰਾਜ ਨੂੰ ਨਮਸਕਾਰ ਕਰਦਾ ਹੈ, ਉਹ ਮੁਖੜਾ ਵੀ ਸੁਹਾਵਾ, ਜਿਹੜੇ ਮੁਖ ਦੁਆਰਾ ਗੁਰੂ ਮਹਾਰਾਜ ਦੀ ਉਸਤਤ ਵਡਿਆਈ ਕੀਤੀ ਜਾਵੇ। ਜੀਉ ਪਿਆ ਤਉ ਸਰਣੀ, ਤੇ ਜੀਵ ਦੀ ਸਫਲਤਾ ਤਾਂ ਹੈ ਜੇ ਗੁਰੂ ਕੀ ਸ਼ਰਨ ਪੈ ਜਾਏ। शरण नाथ तोरियम अवार लाज मोरियम, जित्यो शरण आयो है तित्यो राख लयो है। बिना शरण ताकी नहीं और ओटन, लिखे जंतर केते पड़े मंत्र कोटन। बचेगा ना कोई करे काल चोटन, जित्यो शरण आयो है तित्यो राख लयो। इस करके जड़ा भी शरण विच पै जांदा है कि महाराज मैं कुछ भी करन जोगा नहीं, असमर्थ है, तो तुसी मेरी हुण लाज रख लो। फिर मारो दी लाज रखते हैं। जिमें कोई बालक जम्मिया सी ना, बुढ़ा पिंगला सी, मापे कहते तू साडे बिना किवें रहेगा, कितों खाया पिया करेगा। उन्होंने पिछले जन्म का ज्ञान सी, कहते सब नूं खिलाउण पाउण वाला जन्मदाता परमेश्वर ही है। वो हंकारी कहते हैं तू कोई सत्कार नहीं किया साडा माता पिता का, वो जंगल में छड्या है, पर उसका विश्वास अटल मालक ते। जिदे ऐसा होया इंदर आ गया, कहन लगे तुहाडे माँ प्यो ने बड़ा धक्का किया, दस की सेवा करिए। कहन लगे तुसीं परारब्ध के अनुसार मैनूं देओगे जां वध? कहंदे नहीं परारब्ध ना। कहते वो तो अभी मिले जाना, जा तू स्वर्ग में बैठ, तेरी लोड़ नहीं। ब्रह्मा आ गया, विष्णु, नारद, सुरस्ती, सारे देवते, सारिਆਂ ਨੂੰ ਇੱਕੋ ਹੀ जवाब। अखीर की होया, उत्थे पानी का चश्मा फुट पिया, डोल डोरी की लोड़ नहीं। फलदार दरख्त ने शाखां थले आ गई, सारे सुख आराम मिल गया, भगवान साक्षात हो गए। दिव्य दृष्टि करके अगे भी बनाने वाला वही है, वो सीधे भी बना देंदा, पुठिया में सीधे भी कर देंदा। पिंगल पर्वत पार करे कल छत्र कीता, अंदर तिरपन सूझा गुर पेट पनीता। मैं साधु सुन की सुनगा मेरे मीता, मैल कोई कोटा करे निर्मल पै चीता। ऐसी भगत गोविंद की कीट हस्ती जीता, बिल्कुल नौवर नौ घरे आया। कहते किमें होया? कहते भगवान ने किया। फिर वो भी गुरु घर के प्रेमी बन गए। इस करके जड़ा गुरु की शरण ले लेंदा है, अपनी होमे त्याग दिंदा कि मैं कुछ भी करन जोगा नहीं, तुसीं कृपा करो, मेरे रोग भी दूर करो, मैनू नामदान सिक्खी सदक भरोसा भी बख्शो, मेरा जमना मरना कटो, मैनू अपनी सिक्खी दिओ, दृढ़ विश्वास भरोसा बख्शो, आत्मा ज्ञान जमना मरना कटो, 83 लाख जूना के चक्कर विचों कढो। फिर महाराज कृपा कर दिंदे हन। औड़ी मिल नारी सतसंग मंगल गाविया। वो कहते इंद्रियां रूपी नारियां सारियां मिल के जो सतसंगत विच आया, अखां गुरु दर्शन वाल हो गई, कन बाणी सुनन वाल, रसना नाम जपन, मन बुद्धि विच एकाग्रता करके चौंकड़ा ला के
कछु कुमें मुँह अपना सकोच के जो समाधि ध्यान निस्थित होके बैठे कि वो परमात्मा दे मन रूपी पुरुष ते जिहड़ियां इंद्रियां रूपी नारियां सन, इन्हीं मिल के उस परमात्मा का मंगलाचार, परमात्मा की प्राप्ति के खुशी के गीत गाए हैं। घर का हुआ बंधान, इस करके जिन्नियां जीवां आत्मा रूपी जिज्ञासु रूपी इस्त्रियां इन्हीं परमात्मा नूं कंत जान के उहदा जस गाया। यह जिहड़ा घर हिरदा सी, ये मन अनिजमा हो के इधर उधर भटकदा फिरदा सी, कभी कोई फुरना कभी कोई फुरना। हुण बधान निजम विच आ गया, बन्नण विच आ गया, गुरु के शब्द ने बन लिया। आवारागर्दी करदा सी और इधर उधर घूमदा सी, भटकदा सी। सारे फुरनियां वालों शांत हो के सुवन अवस्था नूं पा लिया। हुण इहदा बधान ऐसा निजम बन गया है। बहुड़ ना धाविया, हुण इधर उधर नहीं दौड़दा, ਤਾਂ ਨਾਸਣ ਭਜਨ ਥਾਕੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਣ ਜੋਏ, ਲਾਗਤ ਹੀ ਕੋਈ ਗਿਰ ਭਰਿਆ, ਭਰਿਆ ਕਰੇ ਜੇ ਸ਼ੇਖ। ਜਦੋਂ ਕੋਈ ਚੀਜ਼ ਕੇ ਚੀਜ਼ ਨਾ ਕਿੱਲ ਨਾ ਕੱਢ ਲਈ, ਉਹ ਇੱਧਰ ਉੱਧਰ ਨਹੀਂ ਨਾ ਜਾਂਦੀ। ਇਸੇ ਤਰ੍ਹਾਂ ਹੁਣ ਐਸਾ ਬੰਧਾਨ ਨਿਯਮ ਵਿੱਚ ਆ ਗਿਆ, ਐਸੀ ਮਰਜ਼ਾਦਾ ਵਿੱਚ ਆ ਗਿਆ। ਹੁਣ ਨਾਸਣ ਭਜਨ ਥਾਕੇ, ਹੁਣ ਤਾਂ ਮਨ ਅਕਾਗਰ ਹੋ ਗਿਆ, पुरने खत्म हो गए, अपुर अवस्था हो गई। हूँ तो आनंद स्वरूप विचरण लग गया। आत्मा पद की रसाई हो गई। हूँ ये आत्मा ज्ञानी बन के उस आनंद विच लीन हो जाता, जिवें शहद दीयां मक्खियां खाखा तैयार करके वो अपने लिए भी हौली हौली खा के आनंद लवांगियां। ठीक है, बंदा जोरावर है, कोई जहरीला धुआं करके बनाया तो नहीं खाने लई सी, ये लै जाता, पर वो अपने आनंद लिए उन्होंने पता लग जाए कि कोई मेरी खा के टुट जानी आ। इनू आत्मा आनंद मिल गया, उस आनंद विच लीन हो गया है। बिनठी दुर्मत दुरत, ਜਿਹੜਾ ਦੁਸ਼ਤਰਪੁਣਾ ਸੀ ਨਾ, ਭੈੜਾਪੁਣਾ, ਭੈੜੀ ਮਤ ਸੀ, वो बिनठी नाश हो गई है। सोए कूड़ा दिया, आज जिन्ना कूड़ पसारा सी, इन्ना मोह ममता पा के बैठा सी। मेरे माता पिता हैं, स्त्री है, परिवार है, मेरा घर मकान, जायदाद मेरी माया पदार्थ है। ये कूड़ा जिहड़ा सौदा सी, इहदे नाल मोह पा के बैठा होया सी। कबाड़िया बन के बहुत कबाड़पना इकट्ठा करी जाता सी। साजो समाज खुश होंदा ना, मेरे घर में आ कुछ ये सारा कबाड़पन। जिन्ना ज़्यादा इकट्ठा करूगा उन्ना ज़्यादा संभालन का दुख होगा। जिस दिन संसार तो गया, इहदे च कोई चीज़ नाल जाएगी, लई लुगोटी तो फिर तां अगे लुगोटी बंदे सी ना, सोने की तड़ाकी, वो भी तोड़ देंगे। ये तो हम फूक ही देना, तो सोने की तड़ाकी को कानूं देनी है। इस वास्ते फिर उसकी जगह वो मुंज चाहिए या डिब चाहिए बंद होंगे। सो इस वास्ते कहते प्यो ऐसा होंदा है। वो जी मेर तेर सी सारी चुका दी, इन्होंने समझ आया तो लैन देन दे संबंध संबंध है किन्ने किसका लेखा लेना किन्ने देना, वो सही ढंग नाल हिसाब किताब चुका दीए तो फिर ठीक है। तो जे झगड़ा विवाद करिए फिर उहदे च उहनूं भी दूजे नूं भी कलेश हुंदा है। सो इस वास्ते महाराज कहंदे सारा फिर पढ़ नूं सोए कूड़ा दिया, जिन्ना कुछ नज़र आउंदा ये सारा कूड़ा भी आ, कूड़ा ही झूठा है। अज्ञानता करके तो सच्चा नज़र आता ना, जो ज्ञान अवस्था होंदा ये झूठा। जिमें वो राजा सी, पुत मर गया,
ਉਹਨੂੰ ਨੀਂਦ ਆ ਗਈ। ਸੁਪਨਾ ਆਇਆ 12 ਪਟਰਾਣੀਆਂ ਸਾਰੀਆਂ ਦੇ ਇੱਕ ਇੱਕ ਸ਼ਹਿਜ਼ਾਦਾ ਹੈ। ਤੇ ਫਿਰ ਸਾਧ ਸੰਗਤ ਜੀ ਇਹਦੀ ਨੀਂਦ ਖੁੱਲ੍ਹ ਕੇ ਬੜਾ ਖੁਸ਼ ਹੈ। ਉਹ ਰਾਣੀ ਕਹਿੰਦੀ ਤੁਸੀਂ ਖੁਸ਼ੀ ਨਾਲ ਹੱਸਦੇ ਆ ਕਿ ਇੱਕੋ ਇੱਕ ਆਪਣਾ ਸ਼ਹਿਜ਼ਾਦਾ ਸੀ ਉਹ ਮਰ ਗਿਆ। ਕਹਿੰਦੇ ਅੱਛਾ। ਕਹਿੰਦੇ ਫਿਰ ਇਹ ਜਾਗਰ ਦਾ ਸੁਪਨਾ ਸੀ, ਉਹ ਨੀਂਦ ਦਾ ਸੁਪਨਾ ਸੀ। ਨਾ 12 ਰਾਣੀਆਂ ਸੀ, ਨਾ 12 ਪੁੱਤ ਸੀ। ਉਹ ਵੀ ਸੁਪਨਾ, ਇਹ ਜਾਗਰਤ ਵੀ ਸੁਪਨਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਆਰ ਜਾ ਗਈ ਬਿਹਾਏ ਧੰਦੇ ਤਾਇਆ। ਪੂਰਨ ਪੈ ਨ ਕਾਮ ਵਹਿਆ ਮਾਇਆ, ਕਿਆ ਵਿਚਾਰਾ ਜੰਤ ਇਸ ਤਰ੍ਹਾਂ ਭੁੱਲਾ ਫਿਰਦਾ ਹੈ ਅਗਿਆਨਤਾ ਦੇ ਵਸ। ਇਸ ਤਰ੍ਹਾਂ ਇਹਦਾ ਜੀਵਨ ਸਾਰਾ ਬੀਤ ਜਾਂਦਾ ਹੈ। ਇਹ ਸੁਪਨਾ ਜਿਹੜਾ ਰਚਨਾ ਰਚਾਈ ਸੀ, ਉਹ ਸੁਪਨੇ ਦਾ ਸੰਸਾਰ ਵੀ ਝੂਠਾ, ਇਹ ਜਾਗਰਤ ਦਾ ਸੰਸਾਰ ਵੀ ਝੂਠਾ। ਪਰ ਮੂਰਖ ਇਹਦੇ ਨਾਲ ਮੋਹ ਪਾ ਕੇ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਸੀਲਵੰਤ ਪ੍ਰਧਾਨ, ਜਿਹਨੇ ਸੀਲ ਪੁਣਾ ਧਾਰ ਲਿਆ, ਜਤ ਸਤ ਇੰਦਰੀਆਂ ਦਾ ਦਮਨ ਕਰਕੇ, ਮਨ ਇਕਾਗਰ ਕਰਕੇ ਆਤਮਾ ਗਿਆਨ ਪ੍ਰਾਪਤ ਕਰ ਲਿਆ, ਉਹ ਪੁਰਸ਼ ਪ੍ਰਧਾਨ ਆ। ਇਹ ਨਹੀਂ ਕਿ ਬਹੁਤੇ ਬੰਦਿਆਂ ਨੇ ਇਕੱਠਿਆਂ ਹੋ ਕੇ ਕਿਹਨੂੰ ਪ੍ਰਧਾਨ ਬਣਾ ਲਿਆ। ਇਹ ਪ੍ਰਧਾਨੀਆਂ ਤਾਂ ਆਉਣ ਜਾਣ ਵਾਲੀਆਂ। ਅਸਲੀ ਪ੍ਰਧਾਨ ਹੋਣਾ ਤਾਂ ਇਹ ਹੈ ਜਿਨ੍ਹਾਂ ਨੇ ਆਪਣੀਆਂ ਮਨ ਇੰਦਰੀਆਂ ਨੂੰ ਕਾਬੂ ਕਰਕੇ ਸਹਿਨਸ਼ੀਲ ਸੁਭਾਅ ਔਰ ਜਤੀ ਸਤੀ ਬਣ ਕੇ ਆਪਣੇ ਮਨ ਨੂੰ ਇਕਾਗਰ ਕਰਕੇ ਆਤਮਾ ਗਿਆਨ ਦੀ ਪ੍ਰਾਪਤੀ ਕਰ ਲਏ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਉਸੇ ਨੂੰ ਪ੍ਰਧਾਨ ਮੰਨਦੇ ਹਾਂ। ਹਿਰਦੈ ਸਚਾਵੀਆ, ਉਹਨਾਂ ਦੇ ਹਿਰਦੇ ਵਿੱਚ ਸੱਚ ਆ ਗਿਆ। ਝੂਠ ਜਿਹੜਾ ਸੀ ਉਹ ਨਿਕਲ ਗਿਆ। ਹੇਰਾ ਫੇਰੀਆਂ ਵਾਲਾ ਜਿਹੜਾ ਕੰਮ ਸੀ ਉਹ ਸਾਰਾ ਖਤਮ ਹੋ ਗਿਆ ਹੈ। ਅੰਤਰ ਬਾਹਰ ਇੱਕ, ਉਹਨਾਂ ਦੀ ਦ੍ਰਿਸ਼ਟੀ ਬੜੀ ਸਮਦ੍ਰਿਸ਼ਟੀ ਹੋ ਗਈ, ਆਤਮਦਰਸ਼ੀ ਹੋ ਗਏ। ਅੰਦਰ ਵੀ ਬਾਹਰ ਵੀ ਇੱਕੋ ਇੱਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਇੱਕ ਰੀਤਾਵੀਆ, ਇੱਕ ਦੇ ਨਾਲ ਹੀ ਉਹਨਾਂ ਦੀ ਪ੍ਰੀਤੀ ਪੈ ਗਈ ਹੈ। ਇੱਕ ਦੀ ਰੀਤ ਜਿਹੜੀ ਮਰਜ਼ਾਦਾ, ਇੱਕ ਸਮਝਣ ਵਾਲੀ, ਉਸ ਰੀਤਾਵੀ, ਉਸ ਰੀਤ ਨੂੰ, ਉਸ ਮਰਜ਼ਾਦਾ ਨੂੰ ਉਹ ਸਮਝਣ ਵਾਲੇ ਬਣ ਗਏ। ਜਿਵੇਂ ਉਹ ਮਹਾਂਪੁਰਖ ਸੀ ਨਾ, ਬੜੇ ਸਮਦ੍ਰਿਸ਼ਟਾ ਪੁਰਖ ਸੀ, ਆਤਮਦਰਸ਼ੀ ਸਨ। ਰਾਜਾ ਆ ਗਿਆ, ਮਹਾਰਾਜ ਨੇ ਭੰਡਾਰਾ ਕਰਾਉਣਾ, ਲੰਗਰ ਕਰਨਾ ਹੈ, ਆਗਿਆ ਮਿਲ ਗਈ। ਜਿਹੜੇ ਭੰਡਾਰਾ ਕੀਤਾ, ਜਿਹੜੇ ਵੱਡੇ ਮਹਾਂਪੁਰਖ ਸੀ, ਉਹਨਾਂ ਨੂੰ ਸੋਨੇ ਦੇ ਭਾਂਡੇ, ਜਿਹੜੇ ਉਹਨਾਂ ਤੋਂ ਥੱਲੇ ਸਮਝੇ ਚਾਂਦੀ ਦੇ, ਜਿਹੜੇ ਆਮ ਸੀ ਉਹਨਾਂ ਨੂੰ ਤਾਂਬੇ ਤੁੰਬੇ ਦੇ। ਸੰਤਾਂ ਨੇ ਕਿਹਾ ਸਾਡਾ ਤਾਂ ਏਕਤਾ ਵਾਲਾ ਸਥਾਨ ਸੀ, ਇਹ ਰਾਜੇ ਨਾਲ ਇੱਥੇ ਵੀ ਦਵੈਸ਼ ਖੜੀ ਕਰ ਦਿੱਤੀ। 3 ਤਰ੍ਹਾਂ ਦੇ ਬਣਾਤੀ ਹੈ ਪੰਗਤ। ਮਹਾਰਾਜ ਨੇ ਤਾਂ ਪੰਗਤ ਸੰਗ ਚ ਭੇਦਾ ਵਰਤਾਈ ਸੀ। ਉਹ ਸਾਧ ਸੰਗਤ ਜੀ ਸੰਤਾਂ ਕੋ ਜਾਤੀ ਪਾਰਸ ਸੀ। ਤਾਂਬੇ ਚਾਂਦੀ ਨਾਲ ਛੁਆਇਆ, ਸਾਰਾ ਸੋਨਾ ਬਣਾਤਾ। ਭਾਵ ਇੱਕ ਜੀਵ ਸਤੋ ਗੁਣੀ ਹੈ, ਇੱਕ ਰਜੋ ਗੁਣੀ ਹੈ, ਇੱਕ ਤਮੋ ਗੁਣੀ ਹੈ। ਜਿਹੜੇ ਆਤਮਦਰਸ਼ੀ ਪੁਰਸ਼ ਆ ਉਹ ਤਮੋ ਗੁਣ ਨੂੰ ਰਜੋ ਗੁਣ ਚ, ਰਜੋ ਨੂੰ ਸਤੋ, ਸਤੋ ਨੂੰ ਤੁਰੀਆ ਗਿਆਨ ਅਵਸਥਾ ਵਿੱਚ ਬਦਲ ਦਿੰਦੇ ਆ। ਉੱਥੇ ਫਿਰ ਇਹ ਦਵੈਸ਼ ਭਾਵਨਾ ਨਹੀਂ ਰਹਿੰਦੀ। ਏਕਤਾ ਵਾਲਾ ਜਿਹੜਾ ਭਾਵ ਆ ਉਹ ਪੈਦਾ ਹੋ ਜਾਂਦਾ। ਉੱਥੇ ਦਾ ਫਿਰ ਪਸ਼ੂ ਪੰਛੀਆਂ 'ਤੇ ਵੀ ਪ੍ਰਭਾਵ ਪੈਂਦਾ। ਗਾਂ ਸ਼ੇਰ ਇੱਕ ਥਾਂ ਬੈਠੇ ਹੈ, ਬਘਿਆੜ ਬੱਕਰੀ ਬੈਠੇ ਹੈ, ਨਿਓਲਾ ਸੱਪ ਇੱਕ ਜਗ੍ਹਾ ਬੈਠੇ। ਉਹਨਾਂ ਦੇ ਅੰਦਰੋਂ ਵੀ ਬੈਰ ਵਾਲਾ ਭਾਵ ਖਤਮ ਹੋ ਜਾਂਦਾ। ਪਸ਼ੂ ਪੰਛੀਆਂ 'ਤੇ ਵੀ ਅਸਰ ਪੈਂਦਾ ਹੈ। ਜਿਹੜੇ ਗਿਆਨਵਾਨ ਪੁਰਖ ਨੇ ਪੁਰਸ਼ਾਂ 'ਤੇ ਵੀ ਪੈਂਦਾ ਹੈ।
जिन्ना चिर बैठो उन्ना चिर तो नज़र आता ही है। बाद च इन्हां दे कर्म कई वारी फिर उधर खिच धू के लै जाते हैं। इस करके रीता भी आ ये जिहड़ी रीत एकता वाली सी ना, ये उन्होंने प्राप्त हो जाती। उत्थे कोई किस तरह का द्वैष वाला भाव नहीं रहिंदा। महापुरुषों के कोल रहे कि जे किसी ने द्वैष की गल की बस जाने ना, इत्थे गल नहीं करनी, किसी की झूठी उस्तत या निंदा नहीं करनी। ये महापुरखों का स्थान है। इत्थे नाम बाणी एकता के बचन करने, गुरमत तो सिवा दूजी नाम बाणी अमृत सेवा सिमरन तो सिवा कोई इधर उधर की गल नहीं करनी। बस उन्होंने ऐसा ही नियम बनाया होंदा है कि आम जिथे बह जाओ एक दूजे की निंदिया चुगली भंडी प्रचार, लोग भी इहो जिहियां गल्लां भलूणियां सलूणियां करके बड़ा रस लेंदे खुश होंदे है। पर जिहड़े ज्ञानवान लोग है वो ऐसा नहीं, वो तो हर वेले उस निरंकार या तो खामोश बैठे है, क्योंकि मौन बहु मौन बहु। पर त्रिजंत कहते हुण की बोलना, बोलने वाली गल मुक गई जदों सारे कोई परमात्मा, तो फिर हुण दूजी गल किहड़ी रह गई। हुण मौन बहु मूछी धारो आनंद लेंदे। पर जे किते कोई परोपकार वास्ते वो वचन करते कराउंदे, लोग भी उन्होंने गल्लां करते हैं। बीज पुस्तकें कब जनों गायो हमरो गीत। पर त्रिजी कहते कवि लोगों ने पुस्तकों में साढ़े गीत गाए कि परथरी राजा एडा राज त्याग के फकीर हो गया, रागवान हो गया, आत्मदर्शी पुरुष बन गया। उन्होंने आत्मदर्शी पुरुषों के लोग गीत गाते हैं, बरसियां जोड़ मेले मनाते हैं। मन दर्शन की प्यास, उन्होंने मन च हर वेले प्रभु के दर्शन की प्यास। अजकल तो लोगों के मन शेख सिले वालियां बहुत गल्लां हैं, पर उन्होंने मन च होर कोई प्यास इच्छा नहीं। परमात्मा के दर्शन की प्यास लगी हुई, मेरा मन लोचा वो दर्शन पाए, दिल करे चातर की नहीं। इस तरह है क्योंकि तू चो सजन मैडिया डेरी सिस अवतार, नैन मेहंदे तरस दे कद फसी दीदार। दर्शन प्यासी दिन सरा चित बवंदन नीत, खोल कपट गुर मिलिया नानक हर संग मीत। हर वेले दर्शन की प्यास लगी रहिंदी है। चरण दास आविया, फिर बोल पई चरण दास आविया। उन्हें महाराज के चरणों दसाविया देखते हैं, चरणों के प्यार दीयां गल्लां दसदे दसाउंदे हैं। चरणों की प्रीति उन्होंने मन च पैदा हो जाती है। जिवें भाई गोंदा जी के मन में गुरु हरराय साहब के चरणों की प्रीति पैदा हुई सी, ऐसा प्रेम उन्होंने मन में पैदा हो जाता है। सुबा बणी सीगार, बस दर्शन करन दी लालसा ना, जो दर्शन हो जाता, दर्शन करके परमात्मा के स्वरूप नूं अंदर वसा के आत्मा पद विच लीन हो जाते हैं। वो बड़े शोभा के संयुक्त हो जाते हैं। खसम जां राविया, खसम मालिक नूं राविया चेते करते हैं, बाकी चेते तो भुला देंगे। सानू तो होर बहुत कुछ चेते है, परमात्मा भुला हुआ है, वो भुलाया हुआ है। उन्हें बाकी कुछ भुलाता, एक कोई परमात्मा उन्होंने चेते है। दूजी गल है ना, दूजी गल करते हैं ना, द्वैत वाली दूजी गल सुनते हैं। जो करते हैं कोई परमात्मा सुनती एक हो जप को सलाह, एक सिमरे को मन आवे, एक सके गुण गाओ अनंत, मन तन जाप एक भगवंत। ऐसी उन्होंने दृष्टि बड़ी महान
ਗੰਭੀਰਤਾ ਵਾਲੀ ਬਣ ਜਾਂਦੀ ਹੈ। ਮਿਲਿਆ ਆਏ ਸੰਜੋਗ, ਕੋਈ ਸੰਜੋਗੀ ਕਰਮ ਹੋਵੇ ਫਿਰ ਹੀ ਐਸੇ ਪੁਰਸ਼ਾਂ ਦਾ ਮਿਲਾਪ ਹੁੰਦਾ ਹੈ। ਜਾਂ ਤਿਸ ਭਾਵੀਆ, ਉਹ ਮਾਰੇ ਨੂੰ ਪਾ ਜਾਏ ਫੇਰ। ਉਹ ਜਿਵੇਂ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਪੂਰਨ ਸੰਤਾਂ ਦੀ ਸੰਗਤ ਕਰੋ, ਪੂਰਨ ਸੰਤ ਕਿੱਥੋਂ ਲੱਭੀਏ, ਕਿਵੇਂ ਮਿਲਣ? ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਸਮਝਾਇਆ। ਇੱਕ ਰਾਜਾ ਸੀ, ਉਹਨੇ ਐਸਾ ਬਚਨ ਕੀਤਾ। ਸੰਤ ਕਹਿਣ ਲੱਗੇ ਪੰਛੀਆਂ ਨੂੰ ਚੋਗਾ ਪਾਇਆ ਕਰ। ਉਹ ਚੋਗਾ ਪਾਉਂਦਾ ਰਿਹਾ, ਪੰਛੀਆਂ ਨੇ ਉਹਦੀ ਮਹਿਮਾ ਦੂਰ ਤੱਕ ਖਿਲਾਰ ਦਿੱਤੀ। ਫਲਾਨਾ ਰਾਜਾ ਪੰਛੀਆਂ ਨੂੰ ਚੋਗ ਪਾਉਂਦਾ, ਉਹਦੀ ਮਹਿਮਾ ਸੁਣ ਕੇ ਹੰਸ ਵੀ ਆ ਗਿਆ। ਉਹਨਾਂ ਨੇ ਵੀ ਬੋਤੀ ਉਗਲ ਕੇ ਸੁੱਟ ਜਾਣੀ। ਔਰ ਇਸੇ ਤਰ੍ਹਾਂ ਉਹ ਕੰਗਾਲ ਅਮੀਰ ਬਣ ਗਿਆ ਸੀ ਤੇ ਰਾਜੇ ਨੂੰ ਕਿਹਾ ਵੀ ਤੂੰ ਆ ਗਿਆ ਨੂੰ ਲੰਗਰ ਪਾਣੀ ਛਕਾ ਕਰ, ਬਸਤਰ ਨੰਗੇ ਨੂੰ ਬਿਮਾਰ ਦਾ ਇਲਾਜ ਕਰਾ ਦਿੱਤਾ। ਜਦੋਂ ਤੇਰੀ ਸ਼ੋਭਾ ਹੋਏਗੀ ਤੇ ਫਿਰ ਹੋਰ ਜਿੱਥੇ ਆਉਂਦੇ ਸੰਤ ਵੀ ਆ ਜਾਣਗੇ। ਇਸ ਤਰ੍ਹਾਂ ਫਿਰ ਮਹਾਂਪੁਰਖ ਵੀ ਆ ਗਏ ਉਹਨਾਂ ਦੀ ਸੰਗਤ ਕਰਕੇ। ਇਹ ਰਾਜਾ ਜਿਹੜਾ ਸੀ ਆਤਮਾ ਗਿਆਨ ਪ੍ਰਾਪਤ ਹੋ ਗਿਆ ਸੀ। ਸੋ ਅੱਜ ਤਾਂ ਇਸ ਤਰ੍ਹਾਂ ਦਾ ਹੈਗਾ, ਵੋਟਾਂ ਵਾਟਾਂ ਨਾਲ ਦਾ ਵੀ 5 ਸਾਲ ਮਿਲੇ ਆ, ਅੱਗੇ ਪਤਾ ਨਹੀਂ ਕਿਹਨੇ ਆ ਜਾਣਾ। ਹੁਣ ਆਪਾਂ ਫਿਰ ਥੋੜ੍ਹਾ ਲਾਹਾ ਲੈ ਲਈਏ, ਫਿਰ ਉਹ ਬਸ ਇਸੇ ਪਾਸੇ ਤੁਰੇ ਤਰਾਏ ਰਹਿੰਦੇ। ਅੱਗੇ ਉਹ ਲੋਕ ਜਿਹੜੇ ਹੁੰਦੇ ਸੀ ਉਹ ਤਪ ਵਗੈਰਾ ਭਜਨ ਬਾਣੀ ਦੇ ਪ੍ਰਤਾਪ ਨਾਲ ਇਹ ਪਦਵੀ ਪਾ ਕੇ ਪ੍ਰਜਾ ਨੂੰ ਨਿਆਂ ਇਨਸਾਫ ਦਿੰਦੇ ਸੀ। ਪ੍ਰਜਾ ਉਹਨਾਂ ਨੂੰ ਮਹਾਰਾਜਾ ਕਹਿ ਕੇ ਬੁਲਾਉਂਦੀ ਸੀ। ਇਹ ਮਹਾਰਾਜ ਸਤਿਕਾਰ ਦੇ ਉਹਨਾਂ ਦੇ ਸ਼ਬਦ ਹੁੰਦੇ ਸੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਉਹਨਾਂ ਦੀ ਐਸੀ ਅਵਸਥਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਲੋਕ ਮਹੱਲੇ ਪੌੜੀ ਰਾਹੀਂ ਐਸਾ ਆਤਮ ਬੋਧ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਗਰ ਇਹ ਵਿਚਾਰਾਂ ਨੂੰ ਗ੍ਰਹਿਣ ਕਰਾਂਗੇ, ਗੁਰੂ ਮਹਾਰਾਜ ਉਹਨਾਂ ਸਤਸੰਗੀਆਂ 'ਤੇ ਮਿਹਰ ਕਰਨਗੇ। ਇੰਨੀਆਂ ਬੇਨਤੀਆਂ ਮਹਾਰਾਜ ਪ੍ਰਵਾਨ ਕਰਨ, ਅੱਗੇ ਲਈ ਸਮੱਤ ਦੀ ਦਾਤ ਬਖਸ਼ਿਸ਼ ਕਰਨ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਕੇ ਨਾਮਦਾਨ ਸਿੱਖੀ ਦਾ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਔਰ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਵੀ ਧੰਨਵਾਦ। ਔਰ ਖਾਲਸਾ ਪੰਥ ਵਿੱਚ ਏਕਤਾ ਭਾਵ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਗਿਆਨੀ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ, ਫਿਰ ਅਰਦਾਸ ਬੇਨਤੀ, ਫਿਰ ਸ਼੍ਰੀ ਮੁਖਵਾਕ, ਫਿਰ ਪ੍ਰਸ਼ਾਦ ਲੈ ਕੇ ਜਾਣਾ ਜਾਂ ਜਿਵੇਂ ਤੁਹਾਡਾ ਆਪਣਾ ਰੁਚੀ ਹੈ ਸੇਵਾ ਕਰਨ ਦੀ, ਕਥਾ ਕੀਰਤਨ ਸੁਣਨ ਦੀ, ਕੋਈ ਨਾਮ ਜਪਣ ਦੀ, ਉਹ ਤੁਹਾਡੀ ਆਪਣੀ ਇੱਛਾ ਹੈ। ਮਹਾਰਾਜ ਮਿਹਰ ਕਰਨ, ਇਸ ਤਰ੍ਹਾਂ ਸਮੱਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।